Good morning, students. Today we will continue our topic IT Act 2000. Today we will do digital signature and electronic signature. Digital signature ਕੀ ਹੈ, ਮੈਂ ਤੁਹਾਨੂੰ ਇੱਕ ਮੀਨਿੰਗ ਕਲੀਅਰ ਕੀਤਾ ਸੀ ਡਿਜੀਟਲ ਸਿਗਨੇਚਰ ਦਾ ਕਿ ਡਿਜੀਟਲ ਸਿਗਨੇਚਰ ਦੇ ਵਿੱਚ ਕੀ ਹੁੰਦਾ, ਲਾਈਕ ਤੁਸੀਂ ਕੋਈ ਲੀਗਲੀ ਸਰਟੀਫਿਕੇਟ ਇਸ਼ੂ ਕਰਵਾਉਣਾ ਤਾਂ ਤੁਹਾਨੂੰ ਕੀ ਹੋਏਗਾ, ਜਿਹੜਾ ਵੀ ਸਿਗਨੇਚਰ ਹੋਏਗਾ ਉਸ ਦੇ ਕੋਲ ਕੀ ਹੋਏਗੀ, ਇੱਕ ਕਾਪੀਰਾਈਟ ਹੋਏਗਾ ਡਿਜੀਟਲ ਸਿਗਨੇਚਰ ਕਰਨ ਦਾ। ਠੀਕ ਹੈ, ਤਾਂ ਕਿ ਕੋਈ ਫਰੋਡ ਵਗੈਰਾ ਨਾ ਹੋਵੇ। ਕੋਈ ਤੁਹਾਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਜਿੱਦਾਂ ਤੁਹਾਡੇ ਸਰਟੀਫਿਕੇਟ ਦੇ ਵਿੱਚ ਕੀ ਨਾ ਹੋਵੇ, ਕੋਈ ਡੁਪਲੀਕੇਸੀ ਨਾ ਹੋਵੇ। ਤਾਂ ਮੀਨਿੰਗ ਕਰਾਂਗੇ ਪਹਿਲਾਂ ਆਪਾਂ ਡਿਜੀਟਲ ਸਿਗਨੇਚਰ ਅਤੇ ਫਿਰ ਆਪਾਂ ਕਰਾਂਗੇ ਇਲੈਕਟ੍ਰੋਨਿਕ ਸਿਗਨੇਚਰ ਦਾ। ਫਿਰ ਆਪਾਂ ਨੂੰ ਕੀ ਪਤਾ ਲੱਗ ਜਾਏਗਾ, ਉਹਨਾਂ ਦੇ ਵਿੱਚ ਡਿਫਰੈਂਸ਼ੀਏਟ ਕ੍ਰੀਏਟ ਕਰ ਪਾਵਾਂਗੇ ਆਪਾਂ ਡਿਜੀਟਲ ਸਿਗਨੇਚਰ ਅਤੇ ਇਲੈਕਟ੍ਰੋਨਿਕ ਸਿਗਨੇਚਰ ਦੇ ਵਿੱਚ। So digital signature gives legal recognition to electronic records and digital signatures. The electronic signature is created in two steps. First, the electronic record is converted into message. ਪਹਿਲਾਂ ਤਾਂ ਆਪਾਂ ਕੀ ਕਰਾਂਗੇ, ਇਲੈਕਟ੍ਰੋਨਿਕ ਰਿਕਾਰਡ ਜਿਹੜਾ ਉਸਨੂੰ ਕਿਸ ਚੀਜ਼ ਦੇ ਵਿੱਚ ਕਨਵਰਟ ਕਰਾਂਗੇ, ਮੈਸੇਜ ਦੇ ਵਿੱਚ। ਮੈਸੇਜ ਦੇ ਵਿੱਚ ਆਪਾਂ ਕਿਵੇਂ ਉਸਨੂੰ ਕਨਵਰਟ ਕਰ ਸਕਦੇ ਹਾਂ, ਇੱਕ ਫੰਕਸ਼ਨ ਕੀ ਹੈਸ਼ ਫੰਕਸ਼ਨ। ਹੈਸ਼ ਫੰਕਸ਼ਨ ਦੇ ਥਰੂ ਆਪਾਂ ਕੀ ਕਰ ਸਕਦੇ ਹਾਂ, ਇਲੈਕਟ੍ਰੋਨਿਕ ਰਿਕਾਰਡਸ ਨੇ ਜਿੰਨੇ ਵੀ ਆਪਣੀਆਂ ਫਾਈਲਸ ਨੂੰ ਆਪਾਂ ਮੈਸੇਜ 'ਚ ਕਨਵਰਟ ਕਰਾਂਗੇ, ਵਿਚ ਇਲੈਕਟ੍ਰੋਨਿਕਲੀ ਫਰੀਜ਼ ਦਾ ਇਲੈਕਟ੍ਰੋਨਿਕ ਰਿਕਾਰਡ ਇਨਸ਼ੋਰਿੰਗ ਦਾ ਇੰਟੀਗ੍ਰਿਟੀ ਆਫ ਦੀ ਕੰਟੈਂਟ ਆਫ ਇੰਟੈਂਡਡ ਕਮਿਊਨੀਕੇਸ਼ਨ ਕੰਟੇਨ ਇਲੈਕਟ੍ਰੋਨਿਕ ਰਿਕਾਰਡ, ਜੋ ਕਿਸ ਚੀਜ਼ ਨੂੰ ਇੰਸ਼ੋਰ ਕਰੇਗਾ, ਇੰਟੀਗ੍ਰਿਟੀ। ਠੀਕ ਹੈ, ਇੰਟੀਗ੍ਰੇਸ਼ਨ ਕੀ ਹੁੰਦਾ ਹੈ, ਜਦੋਂ ਆਪਾਂ ਦੋ ਚੀਜ਼ਾਂ ਨੂੰ ਕੋਰੀਲੇਟ ਕਰਕੇ ਚੱਲਦਾ ਤਾਂ ਉਹ ਕੀ ਕਹਿ ਸਕਦੇ ਹਾਂ, ਆਪਾਂ ਇੰਟੀਗ੍ਰੇਸ਼ਨ ਕਹਿ ਸਕਦੇ ਹਾਂ। ਐਨੀ ਟੈਂਪਰਿੰਗ ਵਿਦ ਦਾ ਕੰਟੈਂਟ ਆਫ ਇਲੈਕਟ੍ਰੋਨਿਕ ਰਿਕਾਰਡ ਵਿਲ ਇਮੀਡੀਏਟਲੀ ਇਨਵੈਲਿਡੇਟ ਦਾ ਇਲੈਕਟ੍ਰੋਨਿਕ ਸਿਗਨੇਚਰ। ਟੈਂਪਰਿੰਗ ਕੀ ਹੁੰਦਾ, ਟੈਂਪਰਿੰਗ ਉਹ ਚੀਜ਼ ਹੁੰਦੀ ਹੈ ਵਿੱਚ ਜਦੋਂ ਦੇਖੋ ਆਪਣੀ ਇਨਫੋਰਮੇਸ਼ਨ ਦੇ ਨਾਲ ਕੋਈ ਥਰਡ ਪਾਰਟੀ ਆ ਕੀ ਕਰ ਰਹੀ ਹੈ, ਮਿਸਯੂਜ਼ ਕਰ ਰਹੀ ਹੈ ਜਾਂ ਫਿਰ ਕੰਸੀਲ ਕਰ ਰਹੀ ਹੈ ਆਪਣਾ ਡਾਟਾ, ਹੈ ਨਾ, ਸਟੀਲ ਕਰ ਰਹੀ ਹੈ, ਤਾਂ ਉਹ ਕੀ ਹੋ ਜਾਂਦਾ, ਟੈਂਪਰਿੰਗ ਹੋ ਜਾਂਦੀ ਹੈ। ਆਪਾਂ ਉਸ ਨੂੰ ਕੀ ਕਹਿ ਸਕਦੇ ਹਾਂ, ਟੈਂਪਰਿੰਗ। ਤੁਸੀਂ ਕੰਪਿਊਟਰ, ਤੁਹਾਡੇ ਫਾਈਲਸ ਪਈਆਂ ਨੇ ਕੰਪਿਊਟਰ ਦੇ ਵਿੱਚ ਸਟੋਰ ਕੀਤੀਆਂ, ਤਾਂ ਤੁਹਾਡੀ ਕੋਈ ਫਾਈਲ ਜਦੋਂ ਕੀ ਕਰ ਲੈਂਦਾ, ਸਟੀਲ ਕਰਕੇ ਮਿਸਯੂਜ਼ ਕਰ ਲੈਂਦਾ ਹੈ। ਨੈਕਸਟ ਕਈ ਪਾਰਟੀਜ਼ ਨੂੰ ਫਾਰਵਰਡ ਕਰ ਦਿੰਦਾ ਇੱਕ ਗਲਤ ਵੇ ਦੇ ਵਿੱਚ, ਤਾਂ ਉਹ ਕੀ ਬਣ ਜਾਂਦਾ ਵੀ ਤੁਹਾਡੀ ਇਨਫੋਰਮੇਸ਼ਨ ਜਿਹੜੀ ਹੈ, ਤੁਹਾਡੇ ਰਿਕਾਰਡਸ ਜਿਹੜੇ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ, ਟੈਂਪਰਿੰਗ ਹੋ ਰਹੀ ਹੈ। ਤਾਂ ਜਦੋਂ ਤੁਹਾਡੇ ਇਲੈਕਟ੍ਰੋਨਿਕ ਰਿਕਾਰਡਸ ਨਾਲ ਟੈਂਪਰਿੰਗ ਹੁੰਦੀ ਹੈ ਤਾਂ ਆਟੋਮੈਟਿਕਲੀ ਤੁਹਾਡੇ ਜਿਹੜੇ ਇਲੈਕਟ੍ਰੋਨਿਕ ਸਿਗਨੇਚਰ ਨੂੰ ਕੀ ਹੋ ਜਾਣਗੇ, ਇਨਵੈਲਿਡੇਟ ਹੋ ਜਾਣਗੇ। ਉਹਨਾਂ 'ਚ ਕੋਈ ਵੀ ਵੈਲਿਡਿਟੀ ਨਹੀਂ ਰਹਿਣੀ। ਵੈਲਿਡਿਟੀ ਕੀ ਹੁੰਦੀ ਹੈ, ਐਕੂਰੇਸੀ। ਠੀਕ ਹੈ, ਤੁਹਾਡੇ ਐਕੂਰੇਸੀ ਰਿਜ਼ਲਟਸ ਨਹੀਂ ਡਿਕਲੇਅਰ ਹੋਣੇ ਕਿਉਂਕਿ ਤੁਹਾਡੀ ਇਨਫੋਰਮੇਸ਼ਨ ਨਾਲ ਕੀ ਕਰ ਲਿਆ, ਕਿਸੇ ਨੇ ਟੈਂਪਰ ਕਰ ਲਿਆ। ਸੈਕਿੰਡਲੀ ਆਪਣੇ ਕੋਲ ਕੀ ਹੈ, ਦਾ ਆਈਡੈਂਟੀਟੀ ਆਫ ਦਾ ਪਰਸਨ ਅਫਿਕਸਿੰਗ ਦਾ ਇਲੈਕਟ੍ਰੋਨਿਕ ਸਿਗਨੇਚਰ ਇਜ਼ ਅਥੈਂਟੀਕੇਟਡ ਥਰੂ ਦਾ ਯੂਜ਼ ਆਫ ਪ੍ਰਾਈਵੇਟ ਕੀ ਵਿਚ ਅਟੈਚ ਇਟ ਸੈਲਫ ਟੂ ਦਾ ਮੈਸੇਜ ਡਿਜੈਸਟ ਐਂਡ ਵਿਚ ਕੈਨ ਬੀ ਵੈਰੀਫਾਈ ਐਨੀ ਪਰਸਨ ਹੂ ਹੈਜ਼ ਦਾ ਪਬਲਿਕ ਕੀ। ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਦੋ ਕੀਜ਼ ਹੁੰਦੀਆਂ ਨੇ, ਇੱਕ ਪਬਲਿਕ ਕੀ ਅਤੇ ਇੱਕ ਪ੍ਰਾਈਵੇਟ ਕੀ। ਠੀਕ ਹੈ, ਤਾਂ ਜਦੋਂ ਆਪਾਂ ਨੂੰ ਇਹ ਹੁੰਦਾ ਵੀ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਉਹ ਕੋਈ ਕੀ ਨਾ ਕਰੇ, ਕੰਸੀਲ ਨਾ ਕਰੇ ਕਿਸੇ ਥਰਡ ਪਾਰਟੀ ਕੋਲ, ਜਾਂ ਫਿਰ ਕੋਈ ਆਪਣੀ ਇਨਫੋਰਮੇਸ਼ਨ ਨੂੰ ਸਟੀਲ ਨਾ ਕਰੇ, ਤਾਂ ਇੱਕ ਪੇਅਰ ਆਫ ਕੀਜ਼ ਆਪਾਂ ਯੂਜ਼ ਕਰ ਲੈਣਾ ਆਪਣੇ ਡਾਟਾ ਨੂੰ ਰਿਕਾਰਡ ਕਰਨ ਦੇ ਲਈ। ਠੀਕ ਹੈ, ਤਾਂ ਇਹ ਇੱਕ ਕੀ ਹੈ, ਆਪਣੇ ਕੋਲ ਆਈਡੈਂਟੀਟੀ ਹੈ ਆਪਣੀ ਇਨਫੋਰਮੇਸ਼ਨ ਦੀ। ਤਾਂ ਨੈਕਸਟ ਕੀ ਹੈ, the authentication of the electronic record shall be effected by the use of crypto system। ਕ੍ਰਿਪਟੋ ਸਿਸਟਮ ਕੀ, ਮੈਂ ਤੁਹਾਨੂੰ ਕੱਲ੍ਹ ਦੱਸਿਆ, ਲਾਸਟ ਲੈਕਚਰ ਦੱਸਿਆ ਸਾਨੂੰ ਕਿ ਕ੍ਰਿਪਟੋ ਸਿਸਟਮ ਕੀ ਹੁੰਦਾ ਵੀ ਇੱਕ ਪਬਲਿਕ ਕੀ ਅਤੇ ਇੱਕ ਪ੍ਰਾਈਵੇਟ ਕੀ। ਜੋ ਪਰਸਨ ਪਬਲਿਕ ਕੀ ਯੂਜ਼ ਕਰ ਰਿਹਾ, ਉਹ ਜਿਹੜਾ ਸਬਸਕ੍ਰਾਈਬਰ ਪਬਲਿਕ ਕੀ ਯੂਜ਼ ਕਰ ਰਿਹਾ ਹੈ ਉਹ ਇਲੈਕਟ੍ਰੋਨਿਕ ਰਿਕਾਰਡਸ ਨੂੰ ਵੈਰੀਫਾਈ ਕਰ ਰਿਹਾ ਹੈ, ਅਤੇ ਜਿਹੜਾ ਪ੍ਰਾਈਵੇਟ ਕੀ ਯੂਜ਼ ਕਰ ਰਿਹਾ ਹੈ ਉਹ ਕੀ ਕਰ ਰਿਹਾ, ਇਨਫੋਰਮੇਸ਼ਨ ਨੂੰ ਕੌਂਸਟੀਟਿਊਟ ਕਰ ਰਿਹਾ ਹੈ। ਤਾਂ ਨੈਕਸਟ ਇਹ ਸੀ ਆਪਣਾ ਡਿਜੀਟਲ ਸਿਗਨੇਚਰ। ਨੈਕਸਟ ਆਪਾਂ ਕਰਾਂਗੇ ਇਲੈਕਟ੍ਰੋਨਿਕ ਸਿਗਨੇਚਰ। ਇਲੈਕਟ੍ਰੋਨਿਕ ਸਿਗਨੇਚਰ ਕੀ ਹੈ, subscriber may authenticate any electronic record by such electronic signature or electronic authentication technique which is reliable and may be specified in the second schedule। ਦੇਖੋ ਆਪਾਂ ਨੂੰ ਪਤਾ ਵੀ ਇਲੈਕਟ੍ਰੋਨਿਕ ਸਿਗਨੇਚਰ ਹੈ ਤਾਂ ਉਹ ਆਪਣੇ ਆਪ ਕੀ ਹੋ ਜਾਏਗਾ, ਰਿਲਾਇਬਲ ਹੋ ਜਾਏਗਾ। ਠੀਕ ਹੈ, ਰਿਲਾਇਬਲ ਕੀ ਹੁੰਦਾ, ਇੱਕ ਤਰ੍ਹਾਂ ਦਾ ਜਦੋਂ ਵਰਡ ਆ ਜਾਂਦਾ ਰਿਲਾਇਬਲ, ਤਾਂ ਰਿਲਾਇਬਲ ਦਾ ਮਤਲਬ ਹੁੰਦਾ ਵੀ ਕੰਸਿਸਟੈਂਟ ਹੋਣਾ ਆਪਣਾ ਰਿਜ਼ਲਟ। ਇਹ ਨਹੀਂ ਕਿ ਆਪਾਂ ਨੂੰ ਇੱਕ ਵਾਰ ਹੋਰ ਰਿਜ਼ਲਟ ਮਿਲ ਰਿਹਾ ਇਲੈਕਟ੍ਰੋਨਿਕ ਰਿਕਾਰਡਸ ਦੇ ਥਰੂ, ਸੈਕਿੰਡ ਟਾਈਮ ਹੋਰ ਰਿਜ਼ਲਟ ਮਿਲ ਰਿਹਾ। ਕਦੇ ਵੀ ਜਦੋਂ ਵਰਡ ਰਿਲਾਇਬਲ ਹੈ ਤਾਂ ਨਾਲ ਤੁਹਾਡੀ ਕੀ ਹੋਣੀ ਚਾਹੀਦੀ ਹੈ, ਕੰਸਿਸਟੈਂਸੀ ਵੀ ਹੋਣੀ ਚਾਹੀਦੀ ਹੈ। ਸੋ ਆਪਾਂ ਕੀ ਕਹਿ ਸਕਦੇ ਹਾਂ, central government may prescribe the procedure for the purpose of ascertaining whether e-signature is that of the person by whom it is purported to have been affixed or authenticated। ਸੈਂਟਰਲ ਗਵਰਨਮੈਂਟ ਨੇ ਕਿਸ ਚੀਜ਼ ਨੂੰ ਪ੍ਰਿਸਕ੍ਰਾਈਬ ਕਰਨਾ ਜਾਂ ਵੈਰੀਫਾਈ ਕਰਨਾ ਵੀ ਜਿਹੜੇ ਪਰਸਨ ਦੇ ਇਲੈਕਟ੍ਰੋਨਿਕ ਸਿਗਨੇਚਰ ਕੀਤੇ ਨੇ ਕੀ ਉਸਦੇ ਹੀ ਸਿਗਨੇਚਰ ਹੋਏ ਹੋਏ ਨੇ। ਠੀਕ ਹੈ, ਕੋਈ ਸੈਕਿੰਡ ਪਾਰਟੀਜ਼ ਦੇ ਬਿਹਾਫ 'ਤੇ ਵਰਕ ਤਾਂ ਨਹੀਂ ਕਰ ਰਹੀ। ਜਾਂ ਫਿਰ ਸੈਂਟਰਲ ਗਵਰਨਮੈਂਟ ਮੇ ਐਡ ਔਰ ਟੂ omit any signature or e-authentication technique and procedure for affixing such signature। ਤਾਂ ਸੈਂਟਰਲ ਗਵਰਨਮੈਂਟ ਨੂੰ ਜੇ ਇਨ ਕੇਸ ਨਾ ਨੀਡ ਅਰਾਈਜ਼ ਲੱਗਦੀ ਹੈ ਤਾਂ ਉਹ ਕੁਛ ਐਡ ਵੀ ਕਰ ਸਕਦੇ ਅਤੇ ਕੁਛ omit ਕੀ ਹੁੰਦਾ, ਡਿਲੀਟ ਕਰਤਾ ਉਹ omit ਵੀ ਕਰ ਸਕਦੀ ਹੈ। ਨੈਕਸਟ ਕੀ ਆਪਣੇ ਕੋਲ ਇਲੈਕਟ੍ਰੋਨਿਕ ਗਵਰਨੈਂਸ। It is the most important chapter in the act। It specifies the procedures to be followed for sending and receiving electronic records at the time and place of the dispatch and receipt। ਤਾਂ ਇਲੈਕਟ੍ਰੋਨਿਕ ਗਵਰਨੈਂਸ ਕੀ ਆਪਣੇ ਦੇਖੋ ਆਪਾਂ ਕਹਿ ਸਕਦੇ ਵੀ ਗਵਰਨਮੈਂਟ ਟੂ ਬਿਜ਼ਨਸ, ਗਵਰਨਮੈਂਟ ਟੂ ਕੰਜ਼ਿਊਮਰ। ਠੀਕ ਹੈ, ਗਵਰਨਮੈਂਟ ਟੂ ਆਪਾਂ
कह सकते कोई सैलर बायर, तो ये सारा कुछ की हो गया हुण इलैक्ट्रॉनिकली हो गया। नैक्सट कि अपने को टॉपिक लीगल रैकोगनीशन ऑफ इलैक्ट्रॉनिक सिग्नेचर्स। लीगल रैकोगनीशन मीनिंग की है, इट प्रोवाइड्स दैट वेयर एनी लॉ रिक्वायर्स दैट information or document or other matter should be authenticated by the signature, such shall be deemed to have been satisfied, it should be authenticated by means of electronic signature। कहते भी जो सेंट्रल गवर्नमेंट या कोई भी परसन की कर रहा है भी उसनों की चीज़ लग रही है भी हर एक चीज़ है जो की होना चाहिए प्रॉपर रैकोगनीशन होनी चाहिए, प्रोटैक्शन भी होनी चाहिए डाटा की, तो उत्थे हमेशा की यूज़ करते इस ऑथेंटिकेशन के इलैक्ट्रॉनिक सिग्नेचर यूज़ करता है। नैक्सट टॉपिक ये अपने को रिटेंशन ऑफ इलैक्ट्रॉनिक रिकॉर्ड। इलैक्ट्रॉनिक रिकॉर्ड्स की रिटेंशन किमें हो सकती है। फस्ट देखो अपन की होएगा भी जी भी अपने को इन्फॉर्मेशन है फाइल्स है कोई है ना, कोई तुसी हार्ड डिस्क लाइक किसी भी फॉर्म के डाटा जो तुसी अपना सेव किया होया वो की होना चाहिए एक्सैसीबल होना चाहिए, ठीक है, यूजेबल होना चाहिए। ये नहीं जो उसमें ओपन कर रहे उसमें कोई एरर वगैरह आ रहे है, फाइल तो डिटेक्ट नहीं हो रही, डाउनलोड नहीं हो रही, ठीक है। तो फस्ट तो की होना चाहिए एक्सैसीबल होना चाहिए। उस तो बाद इलैक्ट्रॉनिक रिकॉर्ड तो जी भी फॉर्मेट के उस फॉर्मेट के ही हो जो ओरिजिनली डिकलेयर किया गया या फिर ओरिजिनली जनरेट किया गया, सेंड किया गया या रिसीव किया गया। तुम इसमें की ना करो होर फाइल्स नाल मिक्सअप ना करो, ठीक है, तो कन्फ्यूजन क्रिएट कर सकते चीज़ भी इलैक्ट्रॉनिक फाइलिंग टाइम। नैक्सट की है डिटेल्स ने जी उस डिटेल्स हर एक चीज़ की अवेलेबल हो, ओरिजिन की है, डाटा की डेस्टिनेशन की है, डेट टाइम डिस्पैच कदों होया, तुसी किसी सैकेंड परसन को कदों डिलीवर करनी इन्फॉर्मेशन, तो ये सारी चीज़ां की आ जाती हैं रिटेंशन के आ जाते हैं। नैक्सट की है ऑडिट, जो रिकॉर्ड्स ने वो भी की होने चाहिए प्रॉपर ऑडिट होने चाहिए। ऑडिट किस चीज़ की होनी चाहिए, डॉकूमेंट्स की, रिकॉर्ड्स की ते इन्फॉर्मेशन की। ऑडिट की होंगे, ऑडिट ये होंगे भी जो कोई एक्सटर्नल परसन आके कर रहा है वेरीफिकेशन कर रहा है, तुहाडे नाल कोई काम नहीं कर रहा, जस्ट तुहाडे कीते हुए काम की कर रहा है वेरीफिकेशन कर रहा है, मीनस ऑडिटिंग कर रहे हैं। नैक्सट टॉपिक अपने कोल रेगूलेशन ऑफ सर्टिफाइंग अथॉरिटीज़। IT हैव इन्वेस्टिगेटेड 3 रेगूलेटर्स, 3 रेगूलेटर्स वर्क करते हैं IT एक्ट के लिए। फस्ट की है अपना CCA कंट्रोलर ऑफ सर्टिफाइंग अथॉरिटीज़। नैक्सट की है CAT जिस आप कह सकते हैं साइबर एपीलेट ट्रिब्यूनल, ठीक है। ट्रिब्यूनल तो बिना थर्ड पार्टी कौन है, साइबर रेगूलेशन एडवाइजरी कमेटी। तो फस्ट तक की हो गया अपने को सर्टिफाइंग अथॉरिटी हो गया, फिर साइबर एपीलेट ट्रिब्यूनल हो गया, तो फिर रेगूलेशन एडवाइजरी कमेटीज़ हो गई। तो फस्ट आप गल करांगे CCA की अपॉइंटमेंट ऑफ कंट्रोलर एंड अदर ऑफिसर्स। सेंट्रल गवर्नमेंट मे बाय नोटिफिकेशन द ऑफिशियल गजट अपॉइंट ए कंट्रोलर ऑफ सर्टिफाइंग अथॉरिटी फॉर द परपज़ ऑफ द एक्ट। तो सब तो पहला जो आप कह सकते भी CCA कंट्रोलर ऑफ सर्टिफाइंग अथॉरिटी उसनों किसने अपॉइंट करना है, सेंट्रल गवर्नमेंट ने। कंट्रोलर शैल डिस्चार्ज इज फंक्शनस अंडर दिस एक्ट टू जनरल कंट्रोल एंड डायरैक्शनस ऑफ सेंट्रल गवर्नमेंट। अपन पता भी जेडे परसन अपॉइंट करता उसके ही अंडर या फिर उसदियाँ ही डायरैक्शनस अंडर कोई भी पार्टी वर्क करती है तो CCA सेंट्रल गवर्नमेंट अपॉइंट करती है, तो वो किस बिहाफ से भी किस काम करेगा, सेंट्रल गवर्नमेंट के ही। The deputy controller, assistant controller, other officers and employees shall perform the functions assigned to them by the controller under the general superintendence and control of the controller। तो जो CCA वो अपने अंडर भी अपॉइंट कर सकता है परसनस नूं, ठीक है। असिस्टेंट आप कह सकते भी असिस्टेंट कंट्रोलरस नूं, तो असिस्टेंट कंट्रोलरस किहदे अंडर वर्क करनगे, CCA दे। CCA किसदे अंडर वर्क करेगी, सेंट्रल गवर्नमेंट दे, ठीक है। ताई फस्ट आप किया अपॉइंटमेंट ऑफ CCA। नैक्सट क्लास के की करांगे इसके फंक्शनस करांगे। थैंक यू।